Morning students, this is Rajbrinder from Guru Nanak Public Senior Secondary School ਰਈਆ। ਬੱਚਿਓ ਆਪਾਂ ਇਲੈਕਟ੍ਰੋਕੈਮਿਸਟਰੀ ਯੂਨਿਟ ਕਰਦੇ ਪਏ ਆ ਤੇ ਕੱਲ ਆਪਾਂ ਕੀਤੀ ਸੀ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ। ਅੱਜ ਆਪਾਂ ਕਰ ਲਗੇ ਇਲੈਕਟ੍ਰੋਕੈਮੀਕਲ ਸੀਰੀਜ਼। ਦੇਖੋ ਸੀਰੀਜ਼ ਆ, ਇਹਦੇ ਵਿੱਚ ਕੁਝ ਅਰੇਂਜਮੈਂਟ ਹੋਊਗੀ, ਐਲੀਮੈਂਟ ਆਪਾਂ ਰੱਖਣੇ ਆ ਵੀ ਹੋ ਸਕਦਾ ਆਪਾਂ ਡਿਕਰੀਜ਼ਿੰਗ ਆਰਡਰ ਵਿੱਚ ਰੱਖੀਏ, ਹੋ ਸਕਦਾ ਇਨਕਰੀਜ਼ਿੰਗ ਆਰਡਰ ਵਿੱਚ ਰੱਖੀਏ, ਪਰ ਕੀ ਦੇਖ ਕੇ ਉਹਨਾਂ ਦਾ ਇਲੈਕਟ੍ਰੋਡ ਪੋਟੈਂਸ਼ੀਅਲ ਕਿੰਨੇ ਤਰ੍ਹਾਂ ਦਾ ਹੀ? ਦੋ ਤਰ੍ਹਾਂ ਦਾ, ਆਕਸੀਡੇਸ਼ਨ ਪੋਟੈਂਸ਼ੀਅਲ ਤੇ ਰਿਡਕਸ਼ਨ ਪੋਟੈਂਸ਼ੀਅਲ। ਦੋਨਾਂ ਚੋਂ ਜਿਹੜਾ ਮਰਜ਼ੀ ਤੁਸੀਂ ਸਿਲੈਕਟ ਕਰ ਸਕਦੇ। ਬਸ ਆਪਾਂ ਯਾਦ ਕੀ ਰੱਖਣਾ, ਵੈਨ different elements are arranged in order। ਸੀਰੀਜ਼ ਦੇ ਵਿੱਚ ਐਲੀਮੈਂਟ ਹੋਣਗੇ ਵੱਖ-ਵੱਖ ਤਰ੍ਹਾਂ ਦੇ, ਉਹਨਾਂ ਨੂੰ ਰੱਖਿਆ ਹੋਊਗਾ। ਜਿੱਦਾਂ ਤੁਹਾਡੀ ਰੋਲ ਨੰਬਰ ਸੀਰੀਜ਼ ਹੁੰਦੀ, ਬੱਚਿਆਂ ਨੂੰ ਆਪਾਂ ਅਲਫਾਬੈਟੀਕਲ ਆਰਡਰ ਦੇ ਵਾਈਜ਼ ਅਰੇਂਜ ਕਰਦੇ ਹਾਂ, ਇੱਥੇ ਵੀ ਇੱਦਾਂ ਹੀ ਆ। ਉੱਥੇ ਸਟੂਡੈਂਟਸ ਅਰੇਂਜ ਕਰੀਦੇ, ਇੱਥੇ ਐਲੀਮੈਂਟ ਅਰੇਂਜ ਕਰਾਂਗੇ। ਜਿੱਦਾਂ ਲੀਥੀਅਮ, ਸੋਡੀਅਮ, ਕੁਝ ਇਸ ਤਰ੍ਹਾਂ ਵੱਖ-ਵੱਖ ਐਲੀਮੈਂਟ ਨੂੰ ਅਰੇਂਜ ਕਰਨਾ ਇਨ order of their standard reduction potential। ਭਾਵੇਂ ਰਿਡਕਸ਼ਨ ਪੋਟੈਂਸ਼ੀਅਲ ਨਾ ਕਰ ਲਓ, ਭਾਵੇਂ ਆਕਸੀਡੇਸ਼ਨ ਪੋਟੈਂਸ਼ੀਅਲ ਨਾ ਕਰ ਲਓ, ਜਾਂ ਔਰ ਸਟੈਂਡਰਡ ਆਕਸੀਡੇਸ਼ਨ ਪੋਟੈਂਸ਼ੀਅਲ। ਤੇ ਜਦੋਂ ਆਪਾਂ ਇੱਦਾਂ ਅਰੇਂਜਮੈਂਟ ਕਰ ਦਾਂਗੇ, ਮੈਂ ਫਿਰ ਕਹਿਣ ਡਿਆ ਵਾਂ ਜਿੱਦਾਂ ਆਪਾਂ ਸਕੂਲ ਦੇ ਵਿੱਚ ਰੋਲ ਨੰਬਰ ਸੀਰੀਜ਼ ਹੁੰਦੀ ਨਾ, ਉੱਥੇ ਉਹ ਲੈਂਗੁਏਜ ਨੂੰ ਮੈਂ ਇੱਦਾਂ ਬੋਲਾਂ, ਮੈਂ ਕੀ ਕਹੂੰਗਾ, ਵੈਨ ਡਿਫਰੈਂਟ ਸਟੂਡੈਂਟਸ ਆਰ ਅਰੇਂਜ ਇਨ ਆਰਡਰ ਆਫ ਅਲਫਾਬੈਟੀਕਲ ਆਰਡਰ। ਵੀ ਜਿੱਦਾਂ ਆਪਾਂ ਏ ਵਾਲਾ ਨਾਮ ਪਹਿਲੋਂ ਲਿਖੀਦਾ, ਬੀ ਵਾਲਾ ਬਾਅਦ 'ਚ, ਸੀ ਵਾਲਾ ਬਾਅਦ 'ਚ। ਇੱਥੇ ਸਟੂਡੈਂਟ ਨਹੀਂ ਆ, ਇੱਥੇ ਵੱਖ-ਵੱਖ ਐਲੀਮੈਂਟ ਆ, ਉਹਨਾਂ ਨੂੰ ਅਰੇਂਜ ਕਰਨਾ ਕੀ ਦੇਖ ਕੇ, ਕੀ ਧਿਆਨ 'ਚ ਰੱਖ ਕੇ, ਉਹਨਾਂ ਦਾ ਸਟੈਂਡਰਡ ਰਿਡਕਸ਼ਨ ਪੋਟੈਂਸ਼ੀਅਲ। ਘੱਟ ਵਾਲਾ ਪਹਿਲੋਂ ਲਿਖਾਂਗੇ, ਜ਼ਿਆਦਾ ਵਾਲਾ ਬਾਅਦ 'ਚ, ਹੋਰ ਜ਼ਿਆਦਾ ਵਾਲਾ ਫਿਰ ਬਾਅਦ 'ਚ ਲਿਖ ਦਾਂਗੇ, ਜਾਂ ਆਕਸੀਡੇਸ਼ਨ ਪੋਟੈਂਸ਼ੀਅਲ ਦੇਖ ਲਾਂਗੇ। ਅਤੇ ਜਿੱਦਾਂ ਇੱਦਾਂ ਕਰਦੇ ਕਰਦੇ ਜਿਹੜੀ ਸੀਰੀਜ਼ ਬਣੂਗੀ ਉਹਨੂੰ ਕੀ ਕਹੀਦਾ? ਇਲੈਕਟ੍ਰੋਕੈਮੀਕਲ ਸੀਰੀਜ਼। ਆ ਸੀਰੀਜ਼ obtained known as electrochemical series। ਹੁਣ ਜਿੱਦਾਂ ਐਗਜ਼ਾਮਪਲ ਤੁਹਾਨੂੰ ਦਿੰਦਾ ਵਾ, ਦੇਖੋ ਮੈਂ ਤੁਹਾਨੂੰ ਕਿਹਾ ਆਪਾਂ ਆਕਸੀਡਾਈਜ਼ਡ ਸਪੀਸੀਜ਼ ਵੀ ਲਿਖ ਸਕਦੇ ਹਾਂ, ਆਪਾਂ ਰਿਡਿਊਸਡ ਸਪੀਸੀਜ਼ ਵੀ ਲਿਖ ਸਕਦੇ, ਜਿਹੜਾ ਤੁਹਾਡਾ ਮਨ ਕਰਦਾ। ਕਿੱਦਾਂ ਅਰੇਂਜ ਸੀਰੀਜ਼ ਕਿੱਦਾਂ ਬਣੂਗੀ? ਜਿੱਦਾਂ ਮੈਂ ਸਭ ਤੋਂ ਪਹਿਲੋਂ ਹੋ ਸਕਦਾ ਘੱਟ ਵੈਲਿਊ ਲੀਥੀਅਮ ਦੀ ਹੋਵੇ, ਮੈਂ ਲੀਥੀਅਮ ਲਿਖਦਾ। ਲੀਥੀਅਮ ਦੇ ਉੱਪਰ ਹੁੰਦਾ +1 ਚਾਰਜ, ਕਿਉਂਕਿ ਇਹ ਫਸਟ ਗਰੁੱਪ ਨੂੰ ਬਿਲੋਂਗ ਕਰਦਾ, ਅਤੇ ਇਹਨੇ ਇੱਕ ਇਲੈਕਟ੍ਰੋਨ ਗੇਨ ਕੀਤਾ, ਰਿਡਕਸ਼ਨ ਹੋ ਗਈ ਇਹਦੀ, ਅਤੇ ਲੀਥੀਅਮ 'ਚ ਕਨਵਰਟ ਹੋ ਗਿਆ। ਆ ਲੀਥੀਅਮ ਆਇਨ ਹੀ, ਇੱਕ ਇਲੈਕਟ੍ਰੋਨ ਕਨਵਰਟ ਕਰਕੇ ਲੀਥੀਅਮ ਐਟਮ ਬਣ ਗਿਆ। ਪੋਟਾਸ਼ੀਅਮ ਤੇ ਵੀ +1 ਚਾਰਜ ਹੁੰਦਾ, ਇੱਕ ਇਲੈਕਟ੍ਰੋਨ ਇਹਨੇ ਲਿਆ ਅਤੇ ਪੋਟਾਸ਼ੀਅਮ ਐਟਮ ਬਣ ਗਿਆ। ਬੇਰੀਅਮ +2 ਹੁੰਦਾ, 2 ਇਲੈਕਟ੍ਰੋਨ ਇਹਨੇ ਗੇਨ ਕੀਤੇ, Ba 'ਚ ਕਨਵਰਟ ਹੋ ਗਿਆ। ਕੈਲਸ਼ੀਅਮ 2 ਇਲੈਕਟ੍ਰੋਨ ਗੇਨ ਕੀਤੇ, ਕੈਲਸ਼ੀਅਮ ਐਟਮ ਬਣ ਗਿਆ। ਸੋਡੀਅਮ 1 ਇਲੈਕਟ੍ਰੋਨ ਗੇਨ ਕੀਤਾ, ਸੋਡੀਅਮ ਕਨਵਰਟ ਹੋ ਗਿਆ, ਆਇਨ ਤੋਂ ਐਟਮ ਵਿੱਚ ਬਦਲੀ ਜਾਂਦੇ ਆ। ਮੈਗਨੀਸ਼ੀਅਮ ਤੇ +2 ਚਾਰਜ ਹੁੰਦਾ, 2 ਇਲੈਕਟ੍ਰੋਨ ਗੇਨ ਕਰਕੇ Mg ਵਿੱਚ ਬਦਲ ਗਿਆ। ਉਸ ਤੋਂ ਬਾਅਦ ਅਲਮੀਨੀਅਮ +3 ਹੁੰਦਾ, 3 ਇਲੈਕਟ੍ਰੋਨ ਗੇਨ ਕਰਕੇ ਅਲਮੀਨੀਅਮ ਐਟਮ ਦੇ ਵਿੱਚ ਬਦਲ ਗਿਆ। ਮੈਗਨੀਜ਼, Mn ਦਾ ਮਤਲਬ ਮੈਗਨੀਜ਼, +2 ਚਾਰਜ ਹੁੰਦਾ, 2 ਇਲੈਕਟ੍ਰੋਨ ਗੇਨ ਕੀਤੇ, ਮੈਗਨੀਜ਼ ਐਟਮ ਦੇ ਵਿੱਚ ਬਦਲ ਗਿਆ। ਫਿਰ ਆ ਗਿਆ ਜਿਸ ਤਰ੍ਹਾਂ ਜਿੱਦਾਂ ਮੰਨ ਲਓ ਵਾਟਰ ਹੈ ਲਿਕੁਇਡ ਫਾਰਮ ਦੇ ਵਿੱਚ, ਵਾਟਰ ਦੀਆਂ 3 ਫਾਰਮ ਹੁੰਦੀਆਂ ਨਾ, ਸਟੀਮ, ਲਿਕੁਇਡ ਅਤੇ ਸੋਲਿਡ। ਹੁਣ ਇਹਨੇ ਵੀ ਕੀ ਕੀਤਾ, 2 ਇਲੈਕਟ੍ਰੋਨ ਗੇਨ ਕੀਤੇ ਅਤੇ 2 ਮੋਲੀਕਿਊਲ ਹੀ ਇੱਕ ਇਹ 'ਚ ਬਦਲਿਆ ਹਾਈਡਰੋਜਨ ਗੈਸ ਪਲੱਸ ਹਾਈਡਰੋਕਸਾਈਡ ਆਇਨ ਦੇ ਵਿੱਚ।
OH ਨੈਗੇਟਿਵ ਦੇ ਵਿੱਚ। ਜ਼ਿੰਕ ਆ +2 ਚਾਰਜ 2 ਇਲੈਕਟ੍ਰੋਨ ਗੇਨ ਕਰਕੇ Zn ਵਿੱਚ ਬਦਲ ਗਿਆ। ਕੈਲਸ਼ੀਅਮ ਕ੍ਰੋਮੀਅਮ Cr ਕ੍ਰੋਮੀਅਮ +3 ਚਾਰਜ 3 ਇਲੈਕਟ੍ਰੋਨ ਗੇਨ ਕਰਕੇ Cr ਵਿੱਚ ਬਦਲ ਗਿਆ। ਆਇਰਨ +2 ਚਾਰਜ ਫੈਰਸ ਹੁੰਦਾ, ਫੈਰਸ ਤੋਂ ਕੀ ਬਣ ਗਿਆ ਫੈਰਮ, ਸਿੰਪਲ ਆਇਰਨ ਬਣ ਗਿਆ। ਹੁਣ ਆ ਮੈਂ ਇੱਕ ਸੀਰੀਜ਼ ਲਿਖੀ ਹੈ ਵੀ ਇਹਨੂੰ ਆਪਾਂ ਲਿਖਣਾ ਕੀ ਹੁੰਦਾ, ਇਹਨਾਂ ਦੀ ਰਿਡਕਸ਼ਨ ਪੋਟੈਂਸ਼ੀਅਲ ਜਾਂ ਆਕਸੀਡੇਸ਼ਨ ਪੋਟੈਂਸ਼ੀਅਲ ਆਪਾਂ ਕੀ ਲਿਖਣਾ ਹੁੰਦਾ E0 ਆ ਵੇਖੋ ਆਪਾਂ ਕਹਿੰਦਾ ਸਟੈਂਡਰਡ E0 Li +1 ਤੋਂ ਕੀ ਬਣਦਾ ਪਿਆ Li। ਫਿਰ ਇਹ ਰਿਡਕਸ਼ਨ ਪੋਟੈਂਸ਼ੀਅਲ ਜਿਹਾ ਜੋ ਮੈਂ ਚੀਜ਼ ਲਿਖਦਾ ਪਿਆ ਰਿਡਕਸ਼ਨ ਪੋਟੈਂਸ਼ੀਅਲ। ਮੈਨੂੰ ਕਿੱਦਾਂ ਪਤਾ ਲੱਗਦਾ ਮੈਂ ਰਿਡਕਸ਼ਨ ਪੋਟੈਂਸ਼ੀਅਲ ਲਿਖਿਆ, ਕਿਉਂਕਿ ਮੈਂ 1 ਤੋਂ ਕਿਹ 'ਚ ਬਦਲਦਾ ਪਿਆ 0 'ਚ, ਘਟਦਾ ਪਿਆ ਨਾ। ਜਦੋਂ ਘਟਦੀ ਪਈ ਆ ਚੀਜ਼ ਉਹ ਰਿਡਕਸ਼ਨ ਪੋਟੈਂਸ਼ੀਅਲ ਆ। ਅਤੇ ਇਹਨਾਂ ਦੀਆਂ ਕੁਝ ਵੈਲਿਊਜ਼ ਹੁੰਦੀਆਂ, ਉਹਨਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਆ, ਉਹ ਕੁਐਸਚਨ 'ਚ ਗਿਵਨ ਹੁੰਦੀਆਂ। ਬਸ ਤੁਸੀਂ ਯਾਦ ਕੀ ਰੱਖਣਾ ਵਾ, ਵੈਸੇ ਬੁੱਕ 'ਤੇ ਪੂਰਾ ਚਾਰਟ ਬਣਿਆ ਹੁੰਦਾ, ਵੈਲਿਊਜ਼ ਦਿੱਤੀਆਂ ਹੁੰਦੀਆਂ ਵਾ। ਆਪਾਂ ਸਿਰਫ ਕੀ ਯਾਦ ਰੱਖਣਾ ਵਾ, ਜਦੋਂ ਵੀ ਆਪਾਂ ਨੂੰ ਪੇਪਰ 'ਚ ਪੁੱਛਿਆ ਜਾਂਦਾ, ਐਗਜ਼ਾਮ 'ਚ ਪੁੱਛਿਆ ਜਾਂਦਾ, ਸਾਨੂੰ ਇਹਨੂੰ ਸਟੇਟਮੈਂਟ ਇਹਦੀ ਲਿਖਣੀ ਆਉਣੀ ਚਾਹੀਦੀ ਕਿ ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਥੋੜ੍ਹਾ ਕੁ ਵੀ ਸਟਾਰਟਿੰਗ ਕਿੱਥੋਂ ਹੁੰਦੀ ਲੀਥੀਅਮ ਤੋਂ, ਵੀ ਆ ਆਰਡਰ ਥੋੜ੍ਹਾ ਕੁ ਜੇ ਰਿਮੈਂਬਰ ਰੱਖ ਸਕਦੇ ਹਾਂ ਤਾਂ ਵਧੀਆ ਗੱਲ ਆ, ਵੀ ਇਹਨੂੰ ਲਿਖਣਾ ਆਉਣਾ ਚਾਹੀਦਾ। ਵੀ ਇਹ ਤੋਂ ਬਾਅਦ ਕੀ ਆਉਂਦਾ ਵੀ ਆਪਾਂ ਆਇਰਨ ਨੂੰ ਪਹਿਲੋਂ ਨਹੀਂ ਲਿਖ ਸਕਦੇ, ਇੱਕ ਆਰਡਰ ਦੇ ਵਿੱਚ ਲਿਖਣਾ ਵਾ। ਡਿਕਰੀਜ਼ਿੰਗ ਆਰਡਰ ਅੱਜ ਦਾ ਹੇਠਾਂ ਨੂੰ ਘਟੂਗੀ ਵੈਲਿਊ ਜਾਂ ਵਧੂਗੀ, ਜਾਂ ਡਿਕਰੀਜ਼ਿੰਗ ਆਰਡਰ ਜਾਂ ਇਨਕਰੀਜ਼ਿੰਗ ਆਰਡਰ। ਬਾਅਦ 'ਚ ਆਪਾਂ ਇੱਦਾਂ ਲਿਖ ਸਕਦੇ E0 K ਇਹਨਾਂ ਨੂੰ ਨਹੀਂ ਲਿਖਣਾ ਇਲੈਕਟ੍ਰੋਨਸ ਨੂੰ, ਬਸ ਆਇਨ ਅਤੇ ਐਟਮ ਹੀ ਲਿਖਣਾ। +1 ਤੋਂ ਕੀ ਹੋ ਗਿਆ ਕਿ ਇਹਦੀ ਕੋਈ ਨਾ ਕੋਈ ਵੈਲਿਊ। ਇਹ ਸਾਰੀਆਂ ਵੈਲਿਊ ਕਾਹਦੇ ਵਿੱਚ ਹੁੰਦੀਆਂ ਵੋਲਟ ਵਿੱਚ। ਅਤੇ ਆਹ ਵੈਲਿਊਜ਼ ਕਦੀ ਯਾਦ ਨਹੀਂ ਕਰਨੀਆਂ, ਇਹਨਾਂ ਦੀ ਲੋੜ ਨਹੀਂ ਹੈਗੀ, ਜਦੋਂ ਵੀ ਨੂਮੈਰੀਕਲ ਆਏ ਗਿਵਨ ਹੋਣਗੀਆਂ। ਆਹ ਸਾਰਾ ਹੁੰਦਾ ਜੀ ਇਲੈਕਟ੍ਰੋਕੈਮੀਕਲ ਸੀਰੀਜ਼। ਵੱਖ-ਵੱਖ ਐਲੀਮੈਂਟ ਅਰੇਂਜ ਕੀਤੇ, ਵੱਖ-ਵੱਖ ਐਲੀਮੈਂਟ ਜਿੱਦਾਂ ਲੀਥੀਅਮ ਵੱਖਰਾ, ਪੋਟਾਸ਼ੀਅਮ ਵੱਖਰਾ, ਬੇਰੀਅਮ ਵੱਖਰਾ, ਕੈਲਸ਼ੀਅਮ ਵੱਖਰਾ, ਸੋਡੀਅਮ ਵੱਖਰਾ, ਇਹ ਸਾਰੇ ਐਲੀਮੈਂਟ ਆਪਾਂ ਅਰੇਂਜ ਕੀਤੇ ਇਨ ਆਰਡਰ ਆਫ ਦੇਅਰ ਸਟੈਂਡਰਡ ਵੈਲਿਊ ਲੈਣੀਆਂ E0 ਵਾਲੀਆਂ। ਸਟੈਂਡਰਡ ਵੈਲਿਊ ਉਹ ਹੁੰਦੀ ਜਦੋਂ ਪ੍ਰੈਸ਼ਰ ਫਿਕਸ ਹੁੰਦਾ, ਟੈਂਪਰੇਚਰ ਫਿਕਸ ਹੁੰਦਾ ਅਤੇ ਕੰਸਨਟ੍ਰੇਸ਼ਨ ਫਿਕਸ ਹੁੰਦੀ। ਨੈਕਸਟ ਦੇਖਦੇ ਹਾਂ। ਨੈਕਸਟ ਆਪਣਾ ਆ ਗਿਆ ਨਰਨਸਟ ਇਕੁਏਸ਼ਨ। ਨਰਨਸਟ ਇਕੁਏਸ਼ਨ ਜਿਹੜੀ ਹੈ ਨਾ, ਇਹਦੇ ਬਾਰੇ ਤੇ ਇੱਕ ਪੂਰਾ ਗਰੰਟੀ ਹੁੰਦੀ ਵੀ ਇਹਦੇ 'ਚੋਂ 4 ਮਾਰਕਸ ਦਾ ਕੁਐਸਚਨ ਫਾਈਨਲ 'ਚ ਆਉਣਾ ਵੀ ਸਿਰਫ ਕੀ ਆ ਨੂਮੈਰੀਕਲ। 4 ਦਾ ਆ ਜੇ, 3 ਦਾ ਆ ਜੇ, ਵੀ ਆਊਗਾ ਜ਼ਰੂਰ। ਹਰ ਸਾਲ ਆਇਆ ਇਹ ਨਰਨਸਟ ਇਕੁਏਸ਼ਨ 'ਚੋਂ ਸਾਨੂੰ ਨੂਮੈਰੀਕਲ। ਹੁਣ ਇਹਨੂੰ ਇਹ ਕਿੱਦਾਂ ਸਮਝਣਾ ਆਪਾਂ, ਇਹਦੀ ਕੈਲਕੂਲੇਸ਼ਨ ਨਹੀਂ ਆਉਂਦੀ, ਵੈਸੇ ਕੈਲਕੂਲੇਸ਼ਨ ਮੈਂ ਤਾਂ ਕਰਾਊਂਗਾ, ਪਰ ਸਿਰਫ ਤੁਸੀਂ ਨੂਮੈਰੀਕਲ 'ਤੇ ਫੋਕਸ ਕਰਿਓ। ਅੱਜ ਆਪਾਂ ਕੈਲਕੂਲੇਸ਼ਨ ਕਰਦੇ, ਕੱਲ੍ਹ ਇਹਦੀ ਨੂਮੈਰੀਕਲ ਕਰਾਂਗੇ। ਕੈਲਕੂਲੇਸ਼ਨ ਪਹਿਲੀ ਗੱਲ, ਇਹ ਨਰਨਸਟ ਇਕੁਏਸ਼ਨ ਵਰਤਦੇ ਕਿੱਥੇ ਆਪਾਂ, ਇਟ ਇਜ਼ ਯੂਜ਼ਡ ਟੂ ਕੈਲਕੂਲੇਟ EMF ਆਫ ਆ ਸੈੱਲ। ਜਿਹੜਾ EMF ਹੁੰਦਾ, ਜਿਹਨੂੰ ਇਲੈਕਟ੍ਰੋਮੋਟਿਵ ਫੋਰਸ ਕਹਿੰਦੇ ਆ, EMF ਲੱਭਣ ਦੇ ਲਈ ਆਪਾਂ ਇਹਨੂੰ ਵਰਤਦੇ ਹਾਂ। ਇਟ ਇਜ਼ ਯੂਜ਼ ਟੂ ਕੈਲਕੂਲੇਟ EMF ਆਫ ਆ ਸੈੱਲ। ਪਹਿਲਾਂ ਤਾਂ ਦਿਮਾਗ 'ਚ ਬਿਠਾ ਲਿਓ, ਨਰਨਸਟ ਇਕੁਏਸ਼ਨ ਦਾ ਫਾਇਦਾ ਕਿੱਥੇ ਹੁੰਦਾ, EMF ਪਤਾ ਲੱਗ ਜਾਂਦਾ। ਹੁਣ ਇਹ ਨਰਨਸਟ ਇਕੁਏਸ਼ਨ ਹੈ ਕੀ, ਮੈਂ ਪਹਿਲੋਂ ਲਿਖ ਦਿੰਦਾ ਵਾਂ। ਨਰਨਸਟ ਇਕੁਏਸ਼ਨ ਹੁੰਦੀ ਆ E ਸੈੱਲ E0 ਸੈੱਲ -0.0591/n log Q। ਚਲੋ ਉੱਥੋਂ ਤੱਕ ਪਹੁੰਚਦੇ ਆ, ਮੈਂ ਕੈਲਕੂਲੇਟ ਹੀ ਕਰਦਾ, ਤੁਹਾਨੂੰ ਫਿਰ ਨੋਟਸ ਤੋਂ ਪਤਾ ਨਹੀਂ ਲੱਗਣਾ, ਮੈਚ ਨਾ ਹੋਊਗਾ, ਨੋਟਸ ਵਾਲਾ ਹੀ ਕਰਦਾ। ਜਿੱਦਾਂ ਸਾਨੂੰ ਪਤਾ ਗਿਬਸ ਫ੍ਰੀ એનર્ਜੀ ਦਾ, ਚੇਂਜ ਇਨ ਗਿਬਸ ਫ੍ਰੀ એનર્ਜੀ +1 ਥਰਮੋਡਾਇਨਮਿਕਸ ਵਿੱਚ ਹੁੰਦਾ ਹੀ ਡੈਲਟਾ ਜੀ। ਇਹ ਚੀਜ਼ ਸਾਨੂੰ ਪਤਾ ਹੋਣੀ ਚਾਹੀਦੀ, +1 ਦੇ ਵਿੱਚ ਤਾਈਓ ਇਹਨਾਂ ਨੂੰ ਪੜ੍ਹ ਕੇ ਆਈਦਾ। ਡੈਲਟਾ ਜੀ ਕਿਹਦੇ ਬਰਾਬਰ ਹੁੰਦਾ ਹੀ, ਡੈਲਟਾ G0 + RT ln Q। ਡੈਲਟਾ ਜੀ ਦਾ ਮਤਲਬ ਕੀ ਆ, ਚੇਂਜ ਇਨ ਗਿਬਸ ਫ੍ਰੀ એનર્ਜੀ। ਡੈਲਟਾ G0 ਦਾ ਮਤਲਬ ਆ ਸਟੈਂਡਰਡ ਚੇਂਜ ਇਨ ਗਿਬਸ ਫ੍ਰੀ એનર્ਜੀ।
ਚੇਂਜ ਇਨ ਗਿਬਸ ਫ੍ਰੀ ਐਨਰਜੀ। ਆਰ ਦਾ ਮਤਲਬ ਹੈਗਾ ਵਾ ਯੂਨੀਵਰਸਲ ਗੈਸ ਕਾਂਸਟੈਂਟ, ਗੈਸ ਕਾਂਸਟੈਂਟ। ਟੀ ਦਾ ਮਤਲਬ ਟੈਂਪਰੇਚਰ ਤੇ ਉਹਦੇ ਯੂਨਿਟ ਕੱਚ ਹੋਣੇ ਚਾਹੀਦੇ ਕੈਲਵਿਨ ਵਿੱਚ। ਐਲਐਨ ਦਾ ਮਤਲਬ ਹੈਗਾ ਨੈਚੁਰਲ ਲੌਗ। ਨੈਚੁਰਲ ਲੌਗ ਤੇ ਰੀਅਲ ਲੌਗ 'ਚ ਫਰਕ ਹੁੰਦਾ। ਐਲਐਨ ਦਾ ਮਤਲਬ ਨੈਚੁਰਲ ਲੌਗ ਤੇ ਕਿਊ ਦਾ ਮਤਲਬ ਹੈਗਾ ਵਾ ਇਕਲੀਬਰੀਅਮ ਕਾਂਸਟੈਂਟ, ਜਾਂ ਰਿਐਕਸ਼ਨ ਕਾਂਸਟੈਂਟ ਲਿਖ ਦਿੰਦਾ ਮੈਂ ਇੱਥੇ, ਰਿਐਕਸ਼ਨ ਕਾਂਸਟੈਂਟ, ਰਿਐਕਸ਼ਨ ਕੋਸ਼ੈਂਟ, ਸੌਰੀ ਰਿਐਕਸ਼ਨ ਕੋਸ਼ੈਂਟ। ਹੁਣ ਦੇਖਿਓ ਆਪਾਂ ਇਹਨੂੰ ਕਿੱਦਾਂ, ਇਹ ਤੋਂ ਅੱਗੇ ਕਿੱਦਾਂ ਚੱਲੀਏ। ਸਾਨੂੰ ਹੁਣੇ ਕੀ ਪਤਾ ਸੀ, ਡੈਲਟਾ ਜੀ ਨੋਟ ਪਲੱਸ ਆਰ ਟੀ ਐਲ ਐਨ ਕਿਊ। ਸਾਨੂੰ ਇੱਕ ਹੋਰ ਪਤਾ ਡੈਲਟਾ ਜੀ ਕਿਹਦੇ ਬਰਾਬਰ ਹੁੰਦਾ, ਮਾਈਨਸ ਐਨ ਐਫ ਈ ਸੈੱਲ ਦੇ ਬਰਾਬਰ ਹੁੰਦਾ। ਤੇ ਡੈਲਟਾ ਜੀ ਨੋਟ ਕਿਹਦੇ ਬਰਾਬਰ ਹੁੰਦਾ, ਮਾਈਨਸ ਐਨ ਐਫ ਈ ਨੋਟ ਸੈੱਲ ਦੇ ਬਰਾਬਰ ਹੁੰਦਾ। ਫਸਟ ਇਕੁਏਸ਼ਨ, ਸੈਕਿੰਡ ਇਕੁਏਸ਼ਨ, ਥਰਡ ਇਕੁਏਸ਼ਨ। ਐਨ ਦਾ ਮਤਲਬ ਨੰਬਰ ਆਫ ਇਲੈਕਟ੍ਰੋਨ, ਐਫ ਦਾ ਮਤਲਬ ਫੈਰੇਡੇ। ਇੱਥੇ ਭਰੀਏ, ਇਸ ਜਗ੍ਹਾ 'ਤੇ ਇਹਨੂੰ ਭਰ ਦੇਣਾ, ਇਸ ਜਗ੍ਹਾ 'ਤੇ ਇਹਨੂੰ ਭਰ ਦੇਣਾ। ਫਰੋਮ 1 ਡੈਲਟਾ ਜੀ ਦੀ ਜਗ੍ਹਾ 'ਤੇ ਮਾਈਨਸ ਐਨ ਐਫ ਈ ਸੈੱਲ, ਡੈਲਟਾ ਜੀ ਨੋਟ ਦੀ ਜਗ੍ਹਾ 'ਤੇ ਮਾਈਨਸ ਐਨ ਐਫ ਈ ਨੋਟ ਸੈੱਲ ਪਲੱਸ ਆਰ ਟੀ ਐਲ ਐਨ ਕਿਊ। ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਕੁਝ ਕਾਮਨ ਕੱਢ ਕੇ ਦੇਖਦੇ ਹਾਂ। ਮਾਈਨਸ ਐਨ ਐਫ ਈ ਸੈੱਲ ਉਸੇ ਤਰ੍ਹਾਂ, ਮਾਈਨਸ ਐਨ ਐਫ ਕਾਮਨ ਕੱਢਿਆ, ਅੰਦਰ ਕੀ ਰਹਿ ਗਿਆ, ਈ ਨੋਟ ਸੈੱਲ। ਜੇ ਮਾਈਨਸ ਕਾਮਨ ਆ ਜੇ ਸਾਈਨ ਬਦਲ ਜਾਂਦਾ, ਆਰ ਟੀ ਦੇ ਥੱਲੇ ਐਨ ਐਫ ਆ ਜੂ, ਕਿਉਂਕਿ ਇੱਥੇ ਐਨ ਐਫ ਹੈ ਹੀ ਨਹੀਂ, ਤੇ ਜਿੰਨਾ ਨਾ ਹੋਵੇ ਉਹਨਾਂ ਡਿਵਾਈਡ ਹੋ ਜਾਂਦਾ, ਐਲ ਐਨ ਕਿਊ। ਐਨ ਐਫ ਕੈਂਸਲ, ਮਾਈਨਸ ਵੀ ਕੈਂਸਲ, ਈ ਸੈੱਲ, ਈ ਨੋਟ ਸੈੱਲ, ਮਾਈਨਸ ਆਰ ਦੀ ਵੈਲਿਊ ਕਿੰਨੀ ਹੁੰਦੀ, ਆਰ ਉਸੇ ਤਰ੍ਹਾਂ ਲਿਖੀਏ, ਟੀ ਉਸੇ ਤਰ੍ਹਾਂ ਲਿਖੀਏ। ਨੈਚੁਰਲ ਲੌਗ ਨੂੰ ਜੇ ਮੈਂ ਰੀਅਲ ਲੌਗ ਬਣਾਉਣਾ ਹੋਵੇ, ਨੈਚੁਰਲ ਲੌਗ ਨੂੰ ਰੀਅਲ ਲੌਗ ਬਣਾਉਣਾ ਹੋਵੇ, ਕਿੰਨਾ ਮਲਟੀਪਲਾਈ ਕਰੀਦਾ, 2.303 ਨਾਲ। ਹੇਠਾਂ ਕਿਹੜੀ ਚੀਜ਼ ਆ, ਐਨ ਐਫ, ਤੇ ਨਾਲ ਕੌਣ ਆ, ਕਿਊ। ਆ ਜਿਹੜੀ ਇਕੁਏਸ਼ਨ ਆ ਇਹਨੂੰ ਕਹੀਦਾ ਨਰਸਟ ਇਕੁਏਸ਼ਨ। ਇਹ ਯਾਦ ਰੱਖਿਓ। ਮੈਂ ਤੁਹਾਨੂੰ ਹੋਰ ਅੱਗੇ ਦੱਸਦਾ। ਦੇਖੋ, ਜੇਕਰ ਆਪਾਂ ਕਹੀਏ ਇਫ ਟੈਂਪਰੇਚਰ ਇਜ਼ ਇਕੁਅਲ ਟੂ 25 ਡਿਗਰੀ ਸੈਲਸੀਅਸ, ਜਿਹਨੂੰ ਆਪਾਂ 298 ਕੈਲਵਿਨ ਕਹੀਦਾ, ਫੈਰੇਡੇ ਦੀ ਵੈਲਿਊ 96,500 ਕੂਲੰਬ, ਤੇ ਆਰ ਹੁੰਦਾ 8.314 ਜਾਊਲ ਪਰ ਕੇਲਵਿਨ ਪਰ ਮੋਲ। ਜੇ ਮੈਂ ਇਹ ਸਾਰੀਆਂ ਵੈਲਿਊ ਇੱਥੇ ਭਰਦਾ, ਫਿਰ ਈ ਸੈੱਲ ਕਿਹਦੇ ਬਰਾਬਰ ਆਉਣਾ, ਈ ਨੋਟ ਸੈੱਲ ਮਾਈਨਸ 0.0591 ਬਾਈ ਐਨ ਲੌਗ ਕਿਊ। ਆਰ ਦੀ ਵੈਲਿਊ ਵੀ ਭਰਤੀ, ਟੀ ਦੀ ਵੈਲਿਊ ਵੀ ਭਰਤੀ, ਐਫ ਦੀ ਵੈਲਿਊ ਵੀ ਭਰਤੀ, ਇਹ ਤੇ ਫਿਕਸ ਹੁੰਦੇ। ਫਿਰ ਆਹ ਇਕੁਏਸ਼ਨ ਯਾਦ ਰੱਖਣੀ, ਤੇ ਤੁਸੀਂ ਨੁਮੈਰੀਕਲ ਦੇ ਵਿੱਚ ਇਹਨੂੰ ਹੀ ਵਰਤਣਾ ਜਿਹੜੀ ਮੈਂ ਸੈਕਿੰਡ 'ਤੇ ਲਿਖੀ। ਆਹ ਚੀਜ਼ ਇੰਪੋਰਟੈਂਟ ਇਹ ਹੁੰਦੀ ਜੇ ਨਰਸਟ ਇਕੁਏਸ਼ਨ। ਪੂਰਾ ਯਾਦ ਰੱਖਿਓ, ਇਹਨੇ ਤੁਹਾਡੇ 3-4 ਨੰਬਰ ਬਣਾਉਣੇ ਫਾਈਨਲ ਦੇ ਵਿੱਚ। ਠੀਕ ਹੈ, ਇੰਨਾ ਰਿਵਾਈਜ਼ ਕਰਿਓ, ਕੱਲ੍ਹ ਨੁਮੈਰੀਕਲ ਕਰਾਂਗੇ ਇਹਨਾਂ ਦੇ। ਥੈਂਕ ਯੂ ਜੀ।